ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੇਰੇ ਭੈਣੋਂ ਅਤੇ ਭਰਾਓ, ਬਜ਼ੁਰਗੋ ਅਤੇ ਜਵਾਨੋ, ਸਾਰਿਆਂ ਨੂੰ ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤਹੂ ਅਤੇ ਜੀ ਆਇਆਂ ਨੂੰ। ਅੱਜ ਕੱਲ੍ਹ 27ਵੀਂ ਤਰਮੀਮ ਦੀ ਜਿਹੜੀ ਹੈ ਬੜੀ ਜਿਹੜੀ ਹੈ ਗੱਲਬਾਤ ਹੋ ਰਹੀ ਹੈ। ਜਿੱਥੇ ਲਾਓ ਉੱਥੇ 17ਵੀਂ ਤਰਮੀਮ ਦੇ ਮੁਤਲਕ ਜਿਹੜੀ ਨਾ ਗੱਲਬਾਤ ਹੋ ਰਹੀ ਹੈ। ਇਹ 27ਵੀਂ ਤਰਮੀਮ ਜਿਹੜੀ ਹੈ ਇਹ ਐਸੀ ਇੱਕ ਤਰਮੀਮ ਹੈ ਜਿਹਦੇ ਵਿੱਚ ਸਾਰੇ ਅਖਤਿਆਰਾਤ ਜਿਹੜੇ ਨੇ ਨਾ ਉਹ ਫੀਲਡ ਮਾਰਸ਼ਲ ਕੋਲ ਚਲੇ ਗਏ ਨੇ। ਉਹ ਜਿਹੜਾ ਉਹ ਹਰ ਕੰਮ ਵਿੱਚ ਜਿਹੜਾ ਉਹਦਾ ਦਖਲ ਹੋਏਗਾ, ਜਿਹੜੀ ਹੈ ਬਰੀ ਫੌਜ ਹੋਵੇ ਜਾਂ ਫਜ਼ਾਈ ਫੌਜ ਹੋਵੇ ਜਾਂ ਬਹਿਰੀ ਫੌਜ ਹੋਵੇ, ਉਹ ਸਾਰੀਆਂ ਹੀ ਉਹਦੇ ਅੰਡਰ ਚਲੀ ਗਈਆਂ ਨੇ। ਔਰ ਸਾਰਾ ਕੁਛ ਜਿਹੜਾ ਨਾ ਸਿਆਓ ਸਿਆਤ ਦਾ ਮਾਲਕ ਹੋ ਗਿਆ। ਨਾ ਸਿਰਫ ਹੈ ਬਲਕਿ ਉਸ ਨੂੰ ਹੁਣ ਲਾਈਫ ਟਾਈਮ ਇਮਿਊਨਿਟੀ ਵੀ ਮਿਲ ਗਈ ਹੈ ਕਿ ਉਹ ਕਿਸੇ ਕਿਸਮ ਦਾ ਜਿਹੜਾ ਜੋ ਮਰਜ਼ੀ ਕਰਦਾ ਫਿਰੇ, ਉਹਦੇ 'ਤੇ ਕੋਈ ਮੁਕੱਦਮਾ ਨਹੀਂ ਹੋ ਸਕਦਾ, ਉਹਦਾ ਇਤਸਾਬ ਹੋ ਹੀ ਨਹੀਂ ਸਕਦਾ। ਜਿਹੜਾ ਕਿ ਇਸਲਾਮੀ ਜਿਹੜਾ ਨਾ ਅਸੂਲ ਉਹਦਾ ਤਾਂ ਬਿਲਕੁਲ ਹੀ ਖਿਲਾਫ ਹੈ। ਇਸਲਾਮ ਵਿੱਚ ਤਾਂ ਹਰ ਆਦਮੀ ਦਾ ਜਿਹੜਾ ਇਤਸਾਬ ਹੋ ਸਕਦਾ, ਉਹਦੇ 'ਚ ਖੁਲਾਫਾ ਦਾ ਵੀ ਹੋਇਆ ਔਰ ਹੋ ਸਕਦਾ। ਲੇਕਿਨ ਇਹ ਜਿਹੜਾ ਨਾ ਜਿਹੜਾ ਸਦਰ ਹੈ ਫੀਲਡ ਮਾਰਸ਼ਲ ਹੈ, ਇਹਦਾ ਸਾਰੀ ਉਮਰ ਤੱਕ ਜਿਹੜਾ ਨਾ ਉਹ ਜਿਹੜਾ ਨਾ ਰਿਟਾਇਰ ਵੀ ਹੋ ਜਾਏਗਾ ਤਾਂ ਵੀ ਇਹਦੇ 'ਤੇ ਕੋਈ ਜਿਹੜਾ ਨਾ ਇਤਸਾਬ ਨਹੀਂ ਹੋ ਸਕਦਾ। ਇਹ ਹੁਣ ਪਾਸ ਕਰਵਾਉਣ ਵਾਸਤੇ ਜਿਹੜਾ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਨਾ ਹੋਰਾਂ ਨੂੰ ਵੀ ਮਿਲ ਜਾਏ। ਲੇਕਿਨ ਜਿਹੜਾ ਨਾ ਸਿਰਫ ਹਾਲੇ ਸਦਰ ਨੂੰ ਹੀ ਹੋਇਆ ਕਿ ਉਹ ਜਿਹੜਾ ਉਹ ਜੋ ਕੁਛ ਵੀ ਉਹਨੇ ਪਹਿਲੇ ਪਿੱਛੇ ਗੰਦ ਪਾਇਆ, ਜਿੰਨੀ ਵੀ ਮਨੀ ਲਾਂਡਰਿੰਗ ਕੀਤੀ ਹੈ, ਉਹ ਸਭ ਮਾਫ ਹੋ ਗਈ। ਔਰ ਜਿਹੜਾ ਨਾ ਉਹਦੇ ਮਰਨ ਤੱਕ ਜਿਹੜਾ ਇਹ ਕਿਸੇ ਕਿਸਮ ਦਾ ਉਹਦੇ 'ਤੇ ਪ੍ਰੋਸੀਕਿਊਸ਼ਨ ਨਹੀਂ ਹੋ ਸਕਦੀ। ਅਤੇ ਇਹ ਐਸਾ ਜਿਹੜਾ ਨਾ ਅਜੀਬ ਜਿਹੜਾ ਨਾ ਬਿਲਕੁਲ ਇਨਸਾਨੀ ਹਕੂਕ ਦੇ ਬਿਲਕੁਲ ਖਿਲਾਫ ਹੈ ਔਰ ਇਸਲਾਮੀ ਅਸੂਲਾਂ ਦੇ ਵੀ ਖਿਲਾਫ ਹੈ। ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਤਾਰੀਖ ਹੀ ਐਸੀ ਹੈ ਕਿ ਜਿਹੜਾ ਨਾ ਕੌਨਸਟੀਟਿਊਸ਼ਨ ਜਿਹੜੇ ਨੇ ਉਹ ਕਦੀ ਵੀ ਉਹਨਾਂ 'ਤੇ ਅਮਲ ਨਹੀਂ ਹੋਇਆ। ਯਾਨੀ ਜਿਸਲੇ ਪਾਕਿਸਤਾਨ ਬਣਿਆ ਤਾਂ ਪਹਿਲੇ 9 ਸਾਲ ਜਿਹੜਾ ਉਹ ਕੋਈ ਕੌਨਸਟੀਟਿਊਸ਼ਨ ਹੈ ਹੀ ਨਹੀਂ ਸੀ। ਅਸੀਂ ਸਾਰੇ ਜਿਹੜੇ ਨਾ ਬਰਤਾਨੀਆ ਦੇ ਜਿਹੜਾ ਬਾਦਸ਼ਾਹ ਸੀ ਉਹਦੇ ਅੰਡਰ ਸਾਂ। ਅਤੇ ਇੱਥੇ ਚੌਧਰੀ ਮੁਹੰਮਦ ਅਲੀ ਜਿਨਾਹ ਜਿਹੜਾ ਸੀ ਉਹ ਗਵਰਨਰ ਜਨਰਲ ਸੀ। ਉਸ ਤੋਂ ਬਾਅਦ 1956 ਤੱਕ ਜਿਹੜੇ ਵੀ ਆਏ ਨੇ ਉਹ ਗਵਰਨਰ ਜਨਰਲ ਹੀ ਸਨ। ਅਤੇ 1956 ਦੇ ਵਿੱਚ ਚੌਧਰੀ ਮੁਹੰਮਦ ਅਲੀ ਨੇ ਜਿਹੜਾ ਨਾ ਕੌਨਸਟੀਟਿਊਸ਼ਨ ਬਣਾਇਆ ਔਰ ਉਹ ਪਾਰਲੀਮਾਨੀ ਨਿਜ਼ਾਮ ਸੀ ਔਰ ਉਹ ਐਸਾ ਕਮਜ਼ੋਰ ਜਿਹਾ ਸੀ ਕੌਨਸਟੀਟਿਊਸ਼ਨ ਕਿ ਆਏ ਦਿਨ ਜਿਹੜਾ ਨਾ ਵਜ਼ੀਰ ਆਜ਼ਮ ਬਦਲਦੇ ਰਹਿੰਦੇ ਸਨ। ਅਤੇ ਹਿੰਦੁਸਤਾਨ ਦੇ ਜਿਹੜਾ ਵਜ਼ੀਰ ਆਜ਼ਮ ਨਹਿਰੂ ਨੇ ਇਹ ਕਿਹਾ ਕਿ ਪਾਕਿਸਤਾਨ 'ਤੇ ਇੰਨੇ ਪਿਆ ਵਜ਼ੀਰ ਆਜ਼ਮ ਬਦਲਦਾ ਹੈ, ਇੰਨੇ 'ਤੇ ਮੈਂ ਧੋਤੀਆਂ ਵੀ ਨਹੀਂ ਬਦਲੀਆਂ ਹੋਣਗੀਆਂ। ਅਤੇ ਇਹ ਸਾਇਨ ਨੂੰ ਜਿਹੜਾ 1958 ਦੇ ਵਿੱਚ ਮੁਹੰਮਦ ਅਯੂਬ ਖਾਨ ਨੇ, ਜੋ ਜਨਰਲ ਮੁਹੰਮਦ ਅਯੂਬ ਖਾਨ ਨੇ ਆ ਕੇ ਇਸ ਨੂੰ ਮਨਸੂਖ ਹੀ ਕਰਤਾ। ਅਤੇ 4 ਸਾਲ ਆਪੂ ਐਡਮਿਨਿਸਟ੍ਰੇਟਰ ਮਾਰਸ਼ਲ ਐਡਮਿਨਿਸਟ੍ਰੇਟਰ ਬਣਿਆ ਰਿਹਾ। ਉਸ ਵੇਲੇ ਕੋਈ ਕੌਨਸਟੀਟਿਊਸ਼ਨ ਨਹੀਂ ਸੀ 4 ਸਾਲ ਤੱਕ। ਅਤੇ ਉਸ ਤੋਂ ਬਾਅਦ ਉਹਨੇ 1962 ਵਿੱਚ ਇੱਕ ਬੇਸਿਕ ਡੈਮੋਕਰੇਸੀ ਦਾ ਜਿਹੜਾ ਉਹ ਇੱਕ ਕੌਨਸਟੀਟਿਊਸ਼ਨ ਬਣਾਇਆ। ਉਹਦੇ ਸਾਰੀਆਂ ਰੇਵੜੀਆਂ ਜਿਹੜੀਆਂ ਅੰਨਾ ਵੰਡੇ ਰੇਵੜੀਆਂ ਮੁੜ ਆਪਣੇ ਆਪ ਨੂੰ। ਅਤੇ ਇਹ ਜਿਹੜਾ ਨਾ ਇਹ ਕੌਨਸਟੀਟਿਊਸ਼ਨ ਵੀ 6 ਸਾਲ ਨਹੀਂ ਚੱਲਿਆ। ਜਨਰਲ ਯਾਹੀਆ ਨਾ ਆ ਕੇ ਫਿਰ ਮਾਰਸ਼ਲ ਲਾ ਲਾ ਛੱਡਿਆ। ਔਰ ਉਸ ਵੇਲੇ ਜਿਹੜਾ 68, 69, 70, 71 ਤੱਕ ਜਿਹੜਾ ਕੋਈ ਕੌਨਸਟੀਟਿਊਸ਼ਨ ਨਹੀਂ ਸੀ, ਉਹੀ ਮਾਰਸ਼ਲ ਲਾ ਸੀ ਉਸ ਵੇਲੇ। ਫਿਰ ਉਸ ਤੋਂ ਬਾਅਦ ਜਿਹੜਾ ਨਾ ਜ਼ੁਲਫਕਾਰ ਅਲੀ ਭੁੱਟੋ ਆਇਆ, ਕਿਉਂਕਿ ਉਸ ਵੇਲੇ ਮਾਰਸ਼ਲ ਲਾ ਦੇ ਅੰਡਰ ਸੀ ਜਿਹੜਾ ਨਾ ਪਾਕਿਸਤਾਨ। ਅਤੇ ਉਹਨੇ ਬਜਾਏ ਦੇ ਕੇ ਕੋਈ ਆਪਣੇ ਆਪ ਨੂੰ ਕੋਈ ਹੋਰ ਅਹੁਦਾ ਦਿੰਦਾ, ਬਣਦਾ ਹੀ ਇਹੋ ਸੀ। ਉਹਨੇ ਆਪਣੇ ਆਪ ਨੂੰ ਸਿਵਲੀਅਨ ਮਾਰਸ਼ਲ ਲਾ ਐਡਮਿਨਿਸਟ੍ਰੇਟਰ ਬਣਾ ਲਿਆ।
ਔਰ ਫਿਰ ਨਾਲ ਸਦਰ ਵੀ ਬਣ ਗਿਆ। ਇਸ ਤੋਂ ਬਾਅਦ ਉਹਨੇ ਕਨਸਟੀਟਿਊਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ। 1973 ਦਾ ਕਨਸਟੀਟਿਊਸ਼ਨ ਬਣਾਇਆ। ਉਹਦੇ ਕੋਲੋਂ ਸਾਰੀਆਂ ਜਮਾਤਾਂ ਦੇ ਨਾਲ ਉਹਦਾ ਕੰਸੈਂਟ ਲਿਆ ਕਿ ਇਹ ਕਨਸਟੀਟਿਊਸ਼ਨ ਹੋਏਗਾ, ਇਸ ਤਰ੍ਹਾਂ ਹਕੂਮਤ ਚੱਲੇਗੀ, ਇਹ ਜਿਹੜੇ ਨੇ ਵਜ਼ੀਰ ਅਤੇ ਬਾਦਸ਼ਾਹ ਅਤੇ ਸਦਰ ਜਿਹੜੇ ਨੇ ਇਹ ਉਹਨਾਂ ਦੇ ਇਖਤਿਆਰਾਤ ਹੋਣਗੇ। ਔਰ ਇਹ ਚੂੰਕਿ ਕਨਸਟੀਟਿਊਸ਼ਨ ਅੱਛਾ ਕੰਸੈਂਟ ਜਿਹੜਾ ਆਇਨ ਸੀ, ਇਸ ਵਾਸਤੇ ਇਹ 1973 ਵਿੱਚ ਪਾਸ ਹੋ ਗਿਆ। ਲੇਕਿਨ ਜ਼ੁਲਫਕਾਰ ਅਲੀ ਭੱਟੋ ਜ਼ਰਾ ਚਲਾਕ ਆਦਮੀ ਸੀ। ਉਹਨੇ ਦੇਖਿਆ ਕਿ ਸਾਰੀ ਜਮਾਤਾਂ ਨੂੰ ਇਕੱਠਾ ਕਰਕੇ ਅਤੇ ਸਾਰੀਆਂ ਨੂੰ ਇਕੱਠਾ ਕਰਕੇ ਉਹਨਾਂ ਸਾਰਿਆਂ ਕੋਲੋਂ ਲੈਣੀ ਜਿਹੜੀ ਹੈ ਅਪਰੂਵਲ ਲੈਣੀ ਇਹ ਜ਼ਰਾ ਮੁਸ਼ਕਲ ਹੈ। ਉਹਨੇ ਆਪਣੇ ਮਕਸਦ ਵਾਸਤੇ ਇਹਦੇ ਵਿੱਚ ਇਹ ਵੀ ਸ਼ਿਕ ਰੱਖਤੀ ਕਿ ਜਿਹੜੀ ਪਾਰਲੀਮੈਂਟ ਹੈ, ਭਾਵੇਂ ਸੈਨੇਟ ਹੋਵੇ ਜਾਂ ਨੈਸ਼ਨਲ ਅਸੈਂਬਲੀ ਹੋਵੇ, ਇਹਨਾਂ ਦੋਵਾਂ ਦੀ ਇਕੱਠਿਆਂ 2/3 ਅਕਸਰੀਅਤ ਹੋਵੇ ਅਤੇ ਕਨਸਟੀਟਿਊਸ਼ਨ ਵਿੱਚ ਵੀ ਤਬਦੀਲੀ ਹੋ ਸਕਦੀ ਹੈ। ਅਤੇ ਉਸਨੇ ਜ਼ੁਲਫਕਾਰ ਅਲੀ ਭੁੱਟੋ ਨੇ ਆਪਣੇ 2-3 ਸਾਲਾਂ ਦੇ ਵਿੱਚ 5 ਤਰਮੀਮਾਂ ਕਰ ਲਈਆਂ। ਅਤੇ ਉਸ ਤੋਂ ਜਿਹੜੇ ਨਾ ਉਸ ਤੋਂ ਪਹਿਲੇ ਜਿਹੜੇ ਮੈਂ ਜਿਸਲੇ ਤਾਲਿਬ ਇਲਮ ਸਾਂ ਅਤੇ ਪੋਲੀਟੀਕਲ ਸਾਇੰਸ ਦਾ ਤਾਲਿਬ ਇਲਮ ਸਾਂ, ਅਤੇ ਉਸ ਵੇਲੇ ਦੁਨੀਆ ਦੇ ਜਿੰਨੇ ਵੀ ਵੱਡੇ ਮੁਲਕ ਸਨ ਉਹਨਾਂ ਦੇ ਕਨਸਟੀਟਿਊਸ਼ਨ ਪੜ੍ਹਾਏ ਜਾਂਦੇ ਸਨ, ਉਹ ਸਾਡੇ ਨਿਸਾਬ ਵਿੱਚ ਸਨ। ਅਤੇ ਮੈਂ ਜਿਸਲੇ ਅਮਰੀਕਾ ਦਾ ਕਨਸਟੀਟਿਊਸ਼ਨ ਪੜ੍ਹਿਆ ਅਤੇ ਉਹ ਤਾਂ ਐਵੇਂ ਛੋਟਾ ਜਿਹਾ ਕਨਸਟੀਟਿਊਸ਼ਨ ਸੀ, ਆਦਮੀ ਘੰਟੇ ਦੇ ਵਿੱਚ ਸਾਰਾ ਪੜ੍ਹ ਲੈਂਦਾ। ਲੇਕਿਨ ਉਸ ਵੇਲੇ ਜਿਸਲੇ ਮੈਂ ਪੜ੍ਹ ਰਿਹਾ ਸਾਂ, ਉਸਲੇ ਉਹਦੇ ਵਿੱਚ 8 ਤਰਮੀਮਾਂ ਹੋਈ ਦੀਆਂ ਸਨ। ਹਾਲਾਂਕਿ ਉਸ ਨੂੰ ਤਕਰੀਬਨ 180 ਸਾਲ ਹੋ ਗਏ ਸਨ ਇੰਪਲੀਮੈਂਟ ਹੋਏ ਦੇ ਆ, ਕਿਉਂਕਿ ਇਹ 1787 ਵਿੱਚ ਇੰਪਲੀਮੈਂਟ ਹੋਇਆ ਸੀ। ਅਤੇ ਹੁਣ ਜਿਹੜਾ ਉਸ ਨੂੰ ਤਕਰੀਬਨ 240 ਸਾਲ ਹੋ ਚੁੱਕੇ ਨੇ ਕਿ ਉਹ ਜਿਹੜਾ ਨਾ ਚੱਲਦਾ ਆ ਰਿਹਾ। ਔਰ ਹੁਣ ਆ ਕੇ ਉਹਦੇ ਵਿੱਚ ਵੀ 27 ਤਰਮੀਮਾਂ ਹੋ ਚੁੱਕੀਆਂ ਨੇ। ਅਤੇ ਸਾਡਾ ਜਿਹੜਾ ਪਾਕਿਸਤਾਨ ਹੈ ਉਹਦੇ ਵਿੱਚ ਹੁਣ 27ਵੀਂ ਤਰਮੀਮ ਪਾਸ ਹੋਈ ਹੈ। ਅਜੀਬ ਗੱਲ ਹੈ। ਅਤੇ ਬਹਰਹਾਲ ਇਹ ਜਿਹੜੇ ਨਾ ਕਨਸਟੀਟਿਊਸ਼ਨ ਜਿਹੜੇ ਇਹਨਾਂ ਦੀ ਐਸੀ ਹਾਲਤ ਹੈ ਕਿ ਜਿਹੜੀ ਇਹ ਪਾਕਿਸਤਾਨ ਦਾ ਜਿਹਦੀ ਮੈਂ ਗੱਲ ਕਰ ਰਿਹਾ, ਉਹ ਇਹ ਵੇ ਕਿ ਜਿਹੜਾ ਵੀ ਆਉਂਦਾ ਉਹ ਆਪਣੀ ਮਰਜ਼ੀ ਦਾ ਜਿਹੜਾ ਨਾ ਉਹ ਕਨਸਟੀਟਿਊਸ਼ਨ ਬਣਾ ਲੈਂਦਾ, ਉਹਦੇ 'ਚ ਅਮੈਂਡਮੈਂਟ ਕਰ ਦਿੰਦਾ। ਇਹ ਜਿਹੜਾ 1973 ਦਾ ਕਨਸਟੀਟਿਊਸ਼ਨ ਹੈ, ਉਹਦੇ ਵਿੱਚ ਜਨਰਲ ਦਿਆ ਹੈ, ਉਹਨੇ 8ਵੀਂ ਤਰਮੀਮ ਪਾ ਦਿੱਤੀ। ਸਾਰਾ ਉਹੀ ਮੋੜ ਕੇ ਜਿਹੜਾ ਨਾ ਮੈਂ ਹੀ ਹਾਂ, ਉਹਨੇ ਆਪਣੇ ਸਦਾਰਤੀ ਸਦਰ ਵੀ ਬਣ ਗਿਆ ਅਤੇ ਨਾਲ ਇਹ ਵੀ ਇਖਤਿਆਰ ਲੈ ਲਿਆ ਕਿ ਮੈਂ ਜਿਹੜਾ ਨਾ ਤਰੋੜ ਕੇ ਰੱਖ ਦਿਆਂਗਾ, ਅਸੈਂਬਲੀਆਂ ਨੂੰ ਤਰੋੜਨ ਦਾ ਮੇਰੇ ਕੋਲ ਹੱਕ ਹੈ। ਉਹਨੇ ਆ ਕੇ ਜਿਹੜੀ ਪਾਰਲੀਮੈਂਟ ਨੂੰ ਛੁੱਟੀ ਕਰਾ ਕੇ ਅਤੇ ਮਜਲਿਸ ਸ਼ੂਰਾ ਸ਼ੁਰੂ ਕਰਤੀ। ਜਿਸ ਤਰ੍ਹਾਂ ਕਿ ਇਹ ਜਿਹੜਾ ਨਾ ਖਲੀਫਾ ਵਕਤ ਹੈ ਜਾਂ ਖੁਦਾ ਦਾ ਨਬੀ ਹੈ, ਉਹੀ ਜਿਹੜਾ ਨਾ ਸ਼ੂਰਾ ਅਤੇ ਉਹੀ ਕਰਦੇ ਨੇ ਜਿਹੜੇ ਮਜ਼ਹਬੀ ਲੋਕ ਹੁੰਦੇ ਨੇ। ਅਤੇ ਇਹਨੇ ਹੋਰ ਤਾਂ ਕੀਤਾ। ਉਹਨੇ ਕਿਹਾ ਜੀ ਕਿ ਸਾਡਾ ਕੰਮ ਸਿਰਫ ਸਰਹੱਦਾਂ ਦੀ ਹਿਫਾਜ਼ਤ ਨਹੀਂ ਹੈ, ਇਹ ਪਾਕਿਸਤਾਨ ਦੇ ਨਜ਼ਰੀਏ ਦੀ ਹਿਫਾਜ਼ਤ ਵੀ ਕਰਨਾ ਜਿਹੜਾ ਹੈ ਇਹ ਆਰਮੀ ਦਾ ਕੰਮ ਹੈ। ਇੰਨਾ ਲਿਲਾਹਿ ਵ ਇੰਨਾ ਇਲੈਹਿ ਰਾਜਿਊਨ। ਔਰ ਜਿਹੜੀਆਂ ਬਾਅਦ ਹਕੂਮਤਾਂ ਆਈਆਂ ਨੇ ਉਹਨੂੰ ਸਾਰਿਆਂ ਦਾ ਇਹੋ ਹੀ ਹਾਲ ਹੈ, ਭਾਵੇਂ ਮੁਸਲਿਮ ਲੀਗ ਨਿਊਨ ਹੋਵੇ ਜਾਂ ਪੀਪਲ ਪਾਰਟੀ ਹੋਵੇ, ਇਹਨਾਂ ਸਾਰਿਆਂ ਨੇ ਤਰਮੀਮਾਂ ਆਪਣੇ ਮਕਸਦ ਵਾਸਤੇ ਕੀਤੀਆਂ ਨੇ। ਇਹਦੇ ਵਿੱਚ ਕੋਈ ਵੀ ਜਿਹੜਾ ਉਹ ਜਿਹੜੇ ਆਵਾਮ ਨੇ ਉਹਨਾਂ ਦਾ ਤਾਂ ਜ਼ਰਾ ਸਾਰਾ ਵੀ ਕੋਈ ਫਾਇਦਾ ਨਹੀਂ। ਹੁਣ ਜਿੰਨੀਆਂ ਵੀ ਤਰਮੀਮਾਂ ਹੋ ਰਹੀਆਂ ਨੇ, ਹੁਣ ਇਹ ਜਿਹੜੀ 27ਵੀਂ ਤਰਮੀਮ ਅਤੇ 26ਵੀਂ ਹੋਈ ਹੈ, ਇਹਦੇ ਵਿੱਚ ਆਮ ਆਦਮੀ ਦਾ ਕੀ ਫਾਇਦਾ? ਕੱਖ ਫਾਇਦਾ ਨਹੀਂ। ਅਤੇ ਇਹ ਜਿਹੜਾ ਹੈ ਇਸ ਤਰ੍ਹਾਂ ਦੇ ਜਿਹੜਾ ਨਾ ਚੱਲੇ ਜਾ ਰਹੇ ਨੇ। ਔਰ ਅਗਰ ਦੇਖਿਆ ਜਾਏ ਅਤੇ ਇਹ ਜਿਹੜੀ ਦੂਸਰੀ ਤਰਮੀਮ ਪਹੁੰਚੀ ਸੀ ਨਾ, ਜਿਹਦੇ ਵਿੱਚ ਇੱਕ ਜਿਹੜੇ ਪਾਕਿਸਤਾਨ ਦੇ ਰਹਿਣ ਵਾਲੇ ਜਿਹੜੇ ਇਕਲੀਅਤ ਨੇ
ਔਰ ਅਹਿਮਦੀਆ ਜਮਾਤ ਹੈ, ਉਹਦੇ ਬੁਨਿਆਦੀ ਹਕੂਕ ਖੋਲੇ ਗਏ। ਖੁਦਾ ਨੇ ਜਿਹੜਾ ਉਹ ਫਿਰ ਐਸਾ ਬਦਲਾ ਲਿਆ ਕਿ ਹੁਣ ਤੱਕ ਜਿਹੜਾ ਹੈ ਉਹ ਪਾਕਿਸਤਾਨ ਦੇ ਮੁਸਲਮਾਨਾਂ ਨੂੰ ਆਪਣੇ ਹਕੂਕ ਹੀ ਨਹੀਂ ਮਿਲ ਰਹੇ, ਉਹਨਾਂ ਦੇ ਹਕੂਕ ਵੀ ਖਤਮ ਹੋ ਚੁੱਕੇ ਨੇ। ਅਤੇ ਅੱਲਾਹ ਤਾਲਾ ਇਸ ਤਰ੍ਹਾਂ ਬਦਲਾ ਲੈਂਦਾ ਹੈ। ਔਰ ਇਹ ਜਿਹੜਾ ਕਹਿ ਰਹੇ ਨੇ ਕਿ ਸਾਨੂੰ ਇਮਿਊਨਿਟੀ ਮਿਲ ਗਈ ਹੈ, ਹੁਣ ਕੁਛ ਵੀ ਨਹੀਂ ਹੋ ਸਕਦਾ, ਅਤੇ ਇਹ ਆਪ ਯਾਦ ਰੱਖਣ ਕਿ ਹਰ ਜਨਰਲ ਜਿਹੜਾ ਆਉਂਦਾ ਹੈ ਉਹ ਪਿਛਲੇ ਜਿਹੜੇ ਜਿੰਨੇ ਵੀ ਕਾਨੂੰਨ ਹੁੰਦੇ ਨੇ ਜਾਂ ਕਨਸਟੀਟਿਊਸ਼ਨ ਨੇ ਬਣਾਏ ਦੇ ਹੁੰਦੇ ਨੇ, ਉਹਨਾਂ ਨੂੰ ਆ ਕੇ ਠੁੱਡਾ ਮਾਰਦਾ ਹੈ ਅਤੇ ਆਪਣੀ ਜੁੱਤੀ ਦੀ ਨੋਕ ਦੇ ਨਾਲ ਉਹ ਪਰੇ ਸੁੱਟ ਦਿੰਦਾ ਹੈ। ਇਹ ਹਮੇਸ਼ਾ ਹੀ ਹੋਇਆ। ਪਹਿਲੇ ਜਿਹੜੇ ਜਿਸ ਸਨ ਜੋ ਭੁੱਟੋ ਨੇ ਕਿਹਾ ਸੀ ਕਿ ਹੁਣ ਜਿਹੜਾ ਨਾ ਮੈਂ ਮਾਰਸ਼ਲ ਲਾ ਦਫਨ ਕਰ ਛੱਡਿਆ, ਉਹ 3 ਸਾਲ ਦੇ ਬਾਅਦ ਹੀ ਫਿਰ ਮਾਰਸ਼ਲ ਲਾ ਆ ਗਿਆ। ਇਸ ਤਰ੍ਹਾਂ ਆਇੰਦਾ ਵੀ ਅਗਰ ਕੋਈ ਹੋਇਆ ਜਿਸ ਨੇ ਆਉਣਾ ਹੈ, ਉਹਨੇ ਕੋਈ ਕਨਸਟੀਟਿਊਸ਼ਨ ਦਾ ਥੋੜ੍ਹੀ ਪਰਵਾਹ ਕਰਨੀ ਹੈ। ਉਹਨੇ ਤਾਂ ਆਉਂਦਿਆਂ ਸਾਰੀ ਪਹਿਲੇ ਇਸ ਕਨਸਟੀਟਿਊਸ਼ਨ ਨੂੰ ਹੀ ਠੁੱਡਾ ਮਾਰਨਾ। ਅਤੇ ਇਸ ਵੇਲੇ ਐਸੀ ਭੈੜੀ ਹਾਲਤ ਹੋ ਚੁੱਕੀ ਹੈ ਪਾਕਿਸਤਾਨ ਦੀ ਕਿ ਮੈਂ ਸੋਚਣਾ ਕਿ ਕਿਸੇ ਸੂਰਤ ਦੇ ਵਿੱਚ ਵੀ ਇਹ ਹੁਣ ਲੋਕਾਂ ਦੇ ਅਖਤਿਆਰ 'ਚ ਨਹੀਂ ਰਿਹਾ ਕਿ ਉਹਨੂੰ ਠੀਕ ਕਰ ਸਕਣ। ਹੁਣ ਤਾਂ ਜਿਹੜਾ ਨਾ ਬਿਲਕੁਲ ਉਹਨਾਂ ਦੇ ਅਖਤਿਆਰ ਤੋਂ ਨਿਕਲ ਚੁੱਕਿਆ। ਹੁਣ ਜਿਹੜੀ ਜਿਸ ਤਰ੍ਹਾਂ ਦੀ ਪੇਸ਼ਗੋਈਆਂ ਨੇ ਉਸ ਹਿਸਾਬ ਨਾਲ ਹੁਣ ਖੁਦਾ ਤਾਲਾ ਦਾ ਅਜ਼ਾਬ ਹੀ ਆਉਣਾ ਹੈ, ਔਰ ਐਸਾ ਕਹਿਰੀ ਅਜ਼ਾਬ ਆਉਣਾ ਕਿ ਉਸ ਵੇਲੇ ਇਸ ਸਾਰੇ ਨਿਜ਼ਾਮ ਨੂੰ ਅੱਲਾਹ ਤਾਲਾ ਨੇ ਆਉਂ ਲਪੇਟ ਕੇ ਨਾ ਅਤੇ ਇਹਨੂੰ ਇਸ ਤਰ੍ਹਾਂ ਉਡਾ ਕੇ ਰੱਖ ਦੇਣਾ। ਅਤੇ ਮੈਂ ਅਖੀਰ ਵਿੱਚ ਇੰਨਾ ਹੀ ਕਹਿ ਸਕਦਾ ਕਿ ਅਸੀਂ ਦੁਆ ਕਰਨੀ ਹਾਂ ਕਿ ਯਾ ਅੱਲਾ ਪਾਕਿਸਤਾਨ ਦਾ ਜਿਹੜਾ ਉਹਨੂੰ ਉਹਦੇ 'ਤੇ ਰਹਿਮ ਫਰਮਾ, ਕਿਉਂਕਿ ਜਮਾਤ ਅਹਿਮਦੀਆ ਨੇ ਇਹਦੇ ਵਾਸਤੇ ਬਹੁਤ ਕੁਰਬਾਨੀਆਂ ਦਿੱਤੀਆਂ, ਔਰ ਜਮਾਤ ਅਹਿਮਦੀਆ ਨੇ ਇਸ ਨੂੰ ਬਣਾਉਣ ਵਾਸਤੇ ਜਿਹੜਾ ਨਾ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ। ਔਰ ਅੱਲਾਹ ਤਾਲਾ ਜਿਹੜਾ ਹਮੇਸ਼ਾ ਇਸ ਪਾਕਿਸਤਾਨ ਨੂੰ ਮਹਿਫੂਜ਼ ਰੱਖੇ, ਔਰ ਜਿਹੜੇ ਅਹਿਮਦੀ ਨੇ ਅੱਲਾਹ ਤਾਲਾ ਉਹਨਾਂ ਨੂੰ ਜਿਹੜਾ ਨਾ ਇਸ ਅਜ਼ਾਬ ਤੋਂ ਜਿਹੜਾ ਆ ਰਿਹਾ ਉਸ ਤੋਂ ਬਚਾ ਕੇ ਰੱਖੀ, ਆਪਣੀ ਖੁਦ ਮਦਦ ਫਰਮਾਈ। ਕਿਉਂਕਿ ਖੁਦਾ ਤਾਲਾ ਨੇ ਤਾਂ ਆਪ ਵੀ ਜਿਹੜਾ ਨਾ ਐਲਾਮਨ ਦੱਸ ਛੜਿਆ ਸੀ ਕਿ ਜਿਹੜੇ ਖੁਦਾ ਤਾਲਾ ਦੇ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਅੱਲਾਹ ਤਾਲਾ ਹਮੇਸ਼ਾ ਬਚਾ ਕੇ ਔਰ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੇਗਾ। ਅੱਲਾਹ ਕਰੇ ਇਸ ਤਰ੍ਹਾਂ ਹੀ ਹੋਵੇ। ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤਹੂ। ਅਤੇ ਰੱਬ ਰਾਖਾ।